अकाल मूरत अजूनी सैभं गुरु प्रसाद। ज्ञान ध्यान किछ कर्म ना जाना, नाहि न निर्मल करनी। साध संगत के अंचल लावो, बिखम नदी जाए तरनी। सतनाम वाहेगुरु साहिब जियो। सूही महला पंजवा, बहती जात कदे दृष्ट न तारत। मिथ्या मोह बंधे नित पारच, बहती जात कदे दृष्ट न तारत। मिथ्या मोह बंधे नित पारच, माधवे भज दिन नित रैणी। जन्म पदार्थ जीत हर शरणी, रहाओ करत विकार दो कर झारत। राम रतन हरिद तिल नहीं तारत। भरण पोखण संग औध बिहानी, जय जगदीश की गत नहीं जानी। शरण समर्थ अगोचर स्वामी, उधर नानक प्रभ अंतर जामी। शरण समर्थ अगोचर स्वामी, उधर नानक प्रभ अंतर जामी। वाहिगुरु जी का खालसा, वाहिगुरु जी की फतेह। जुगो जुग टल शब्द सतगुरु धन धन गुरु ग्रंथ साहिब जी। परिपूर्ण अकाल पुरख वाहिगुरु जी आप जियां दी अपर अपार बख्शिश। असी संध्या समय गुरु दरबार विचों आ रही गुरबाणी आवाज़ ये सुन पा रहे हैं। आप दूर दराज घरां थावां ते वखरे वखरे मीडिया रिसोर्सिस के राही गुरु शब्द नाल सांझ पा रहे हो, वडभागता है। आ समा गुरबाणी व्याख्या दा है, जिस विच सूही राग के शब्द विचारे जाते हैं। महला पंजवां गुरु अर्जन पातशाह द्वारा उचरित किया मुकामी संदेश सानू प्राप्त है। आप जी ने शब्द सरवण कर लिया है, विचार प्रारंभ कर रहे हैं मुख सुने हैं तो। महाराज बयान करते ने, माधवे भज दिन नित रैणी, जन्म पदार्थ जीत हर शरणी। रहा माधवे भज दिन नित रैणी। शब्द गुरु है साडा
ਤੇ ਜਦੋਂ ਅਸੀਂ ਇਹ ਕਹਿ ਰਹੇ ਹਾਂ ਕਿ ਸ਼ਬਦ ਗੁਰੂ ਹੈ, ਇਹਦਾ ਮਾਇਨਾ ਸਮਝੋ। ਕਈ ਵਾਰ ਲਿਟਰਲੀ ਤੌਰ 'ਤੇ ਜਦੋਂ ਅਸੀਂ ਵਰਡ ਟੂ ਵਰਡ ਟਰਾਂਸਲੇਸ਼ਨ ਕਰਦੇ ਹਾਂ, ਸਪੈਸ਼ਲੀ ਵੈਸਟਰਨ ਈਡੀਅਮ ਦੇ ਵਿੱਚ ਜੋ ਅੰਗਰੇਜ਼ੀ ਜ਼ਬਾਨ ਹੈ ਇਸ ਤਰੀਕੇ ਦੇ ਨਾਲ, ਤੇ ਸਮਟਾਈਮ ਪੀਪਲ ਆਸਕ ਮੀ, ਭਾਈ ਸਾਹਿਬ, ਹਾਊ ਡੂ ਯੂ ਟਰਾਂਸਲੇਟ ਸ਼ਬਦ ਗੁਰੂ ਐਜ਼ ਏ ਵਰਡ ਮਾਸਟਰ? ਇਹ ਬੜੀ ਸੁਪਰਫਿਸ਼ੀਅਲ ਟਰਾਂਸਲੇਸ਼ਨ ਹੋਏਗੀ ਜਾਂ ਉਹਦੀ ਇੰਟਰਪ੍ਰੀਟੇਸ਼ਨ ਹੋਏਗੀ। ਜਿਹੜਾ ਸ਼ਬਦ ਦਾ ਤਸੱਵੁਰ ਆ, ਜਿਹੜਾ ਵੈਸਟਰਨ ਵਰਲਡ ਆ, ਇਹਦੇ ਵਿੱਚ ਇੱਕ ਤਾਂ ਉਸ ਲੈਵਲ 'ਤੇ ਹੈ ਨਹੀਂ, ਕਿਉਂਕਿ ਸ਼ਬਦ ਦਾ ਕੌਨਸੈਪਟ ਉਹਨਾਂ ਵਾਸਤੇ ਜਸਟ ਰਾਈਟਿੰਗ ਹੋ ਸਕਦਾ ਹੈ, ਅਤੇ ਜੋ ਬਹੁਤ ਐਪਰੋਪਰੀਏਟ ਵਰਡ ਇਹਦੇ ਲਈ ਬਣ ਸਕਦਾ ਉਹ ਹੈਗਾ ਸਕ੍ਰਿਪਚਰ। ਸਕ੍ਰਿਪਚਰ ਐਜ਼ ਏ ਮਾਸਟਰ। ਜਦੋਂ ਅਸੀਂ ਸਕ੍ਰਿਪਚਰ ਦੀ ਗੱਲ ਕਰਦੇ ਹਾਂ, ਫਿਰ ਇੱਕ ਸਕ੍ਰਿਪਟ ਆ ਪੂਰੇ ਦੀ ਪੂਰੀ, ਸਪਿਰਿਚੁਅਲ ਸਕ੍ਰਿਪਟ। ਹੁਣ ਉਹਦੇ ਅੰਦਰ ਜੇ ਧਿਆਨ ਨਾਲ ਦੇਖੋਗੇ ਤਾਂ ਫਿਰ ਅਸੀਂ ਆਵਾਂਗੇ ਤੇ ਵਰਡਸ 'ਤੇ ਹੀ, ਲਫ਼ਜ਼ਾਂ 'ਤੇ, ਹਰਫਾਂ 'ਤੇ, ਅਲਫਾਜ਼ਾਂ 'ਤੇ, ਅੱਖਰਾਂ 'ਤੇ। ਪਰ ਇਹ ਲਫ਼ਜ਼, ਹਰਫ, ਅੱਖਰ, ਅਲਫਾਜ਼ ਉਹ ਨੇ ਜਿਹੜੇ ਤੁਹਾਨੂੰ ਜੀਵਨ ਦੀ ਚੰਗੀ ਜਾਚ ਸਿਖਾਉਣ ਵਾਸਤੇ ਬੜੇ ਪਰੋ ਕੇ, ਬੜੇ ਸਹੇਜ ਕੇ, ਬੜੇ ਸਫਿਸਟੀਕੇਟਡ ਅਤੇ ਬੜੇ ਵਾਈਜ਼ਰ ਵੇ ਦੇ ਨਾਲ ਉਹਨਾਂ ਦੀ ਪ੍ਰੈਜੈਂਟੇਸ਼ਨ ਕੀਤੀ ਗਈ ਹੈ। ਇੱਕ ਇੱਕ ਵਰਡ ਸਾਡੇ ਜੀਵਨ ਵਿੱਚ ਕਿਸੇ ਲੈਵਲ 'ਤੇ ਵੀ ਬਹੁਤ ਭਾਵ ਰੱਖਦਾ, ਬੜੇ ਮੀਨਿੰਗਸ ਰੱਖਦਾ ਹੈਗਾ। ਮੈਂ ਤੁਹਾਨੂੰ ਇੱਕ ਸਿੰਪਲ ਐਗਜ਼ਾਮਪਲ ਦਿੰਦਾ ਹਾਂ। ਕਈ ਵਾਰ ਅਸੀਂ ਅਟੈਂਸ਼ਨ ਪੇ ਨਹੀਂ ਕਰਦੇ ਚੀਜ਼ਾਂ ਨੂੰ। ਮੇਰੇ ਸੁਹਿਰਦ ਸੱਜਣ ਬੜੀ ਸੋਹਣੀ ਉਹਨਾਂ ਨੇ ਬਾਤ ਸੁਣਾਈ। ਬਾਤ ਇਹ ਹੋਈ ਕਿ ਰਾਤ ਨੂੰ ਸੌਣ ਲੱਗੇ ਨੇ ਬਾਪ ਬੇਟਾ, ਅਤੇ ਬੇਟਾ ਥੋੜ੍ਹਾ ਨੋਟੀ ਹੈ, ਉਹ ਸ਼ਰਾਰਤਾਂ ਕਰਦਾ ਹੈ, ਸੌਣਾ ਨਹੀਂ ਚਾਹੁੰਦਾ, ਇਲਤਾਂ ਕਰ ਰਿਹਾ। ਬਾਪ ਉਹਨੂੰ ਵਾਰ-ਵਾਰ ਕਹਿ ਰਿਹਾ ਹੈ, ਪਲੀਜ਼ ਸੋ ਜਾ, ਟਾਈਮ ਬਹੁਤ ਹੋ ਗਿਆ ਹੈ, ਇਸ ਕਿਸਮ ਦੇ ਨਾਲ। ਸਟਿਲ ਉਹ ਨਹੀਂ ਸੁਣ ਰਿਹਾ। ਅਲਟੀਮੇਟਲੀ ਸਾਰੇ ਦਿਨ ਦਾ ਥੱਕਿਆ ਹੋਏਗਾ ਬਾਪ, ਕੰਮਕਾਰ ਤੋਂ, ਕਿਸੇ ਪਰੇਸ਼ਾਨੀ ਤੋਂ, ਕਿਸੇ ਚੀਜ਼ ਤੋਂ ਖਿਜੇ ਹੋਏ ਨੇ। ਉਹਨੂੰ ਕੁਛ in some kind of frustration, some kind of anger. Father used some word which are little bit harsh. ਵੀ ਤੇਰਾ ਕੁਛ ਨਹੀਂ ਹੋ ਸਕਦਾ, ਤੂੰ ਕਮਲਾ ਹੀ ਹੈ, ਤੂੰ ਇਸ ਕਿਸਮ ਦੇ ਨਾਲ ਹੈ, ਕੋਈ ਇਹੋ ਜਿਹੇ ਵਰਡ ਕਹਿ ਲਓ। ਉਹਨੇ ਥੋੜ੍ਹਾ ਇਸ ਕਿਸਮ ਨਾਲ ਕਹਿ ਦਿੱਤਾ ਵੀ ਤੂੰ ਜਿਹੜਾ ਹੈਗਾ ਆ, ਤੂੰ ਕਿਤੇ ਨਹੀਂ ਪਹੁੰਚਣਾ, ਫਿਰ ਤੂੰ ਐਵੇਂ ਸ਼ਰਾਰਤਾਂ ਹੀ ਕਰਦੇ ਰਹਿਣਾ, ਇਸ ਕਿਸਮ ਦੇ ਨਾਲ। ਸ਼ਾਮ ਦਾ ਸਮਾਂ ਆ, ਬੇਟਾ ਸੋ ਗਿਆ ਆ ਕੇ ਆਪਣੇ ਬੈੱਡ 'ਚ, ਪਰ ਰੋਣ ਲੱਗ ਗਿਆ। ਖੈਰ ਬਾਪ ਨੇ ਸੋਚਿਆ ਮੈਂ ਥੋੜ੍ਹਾ ਕਿਹਾ ਹੈਗਾ। ਉਹਨੇ ਕਾਫੀ ਦੇਰ ਬਾਅਦ ਜਾ ਕੇ ਦੇਖਿਆ, ਫਿਰ ਰੋ ਰਿਹਾ ਉਹ। ਫਿਰ ਫਾਦਰ ਨੇ ਆ ਕੇ ਗੱਲਬਾਤ ਕਰਨ ਦੀ ਟਰਾਈ ਕੀਤੀ, ਕੀ ਹੋਇਆ, ਐਨੀਥਿੰਗ wrong happened to you daytime? No, nothing. ਜੋ ਮੈਂ ਕਿਹਾ ਤੈਨੂੰ ਇਹਦੇ ਕਰਕੇ ਤੈਨੂੰ ਕੁਛ ਹੋਇਆ ਹੈ? ਹਾਂ, ਇਸ ਕਰਕੇ। ਉਹ ਕਹਿੰਦਾ ਵੀ ਕੀ ਹੋਇਆ, ਕੀ ਹੈ, ਮੈਂ ਤੈਨੂੰ ਇਹੋ ਜਿਹਾ ਕੀ ਕਹਿ ਤਾ? ਇਸ ਕਿਸਮ ਦੇ ਨਾਲ ਬਾਤ ਹੋਈ। ਜਦੋਂ ਸਾਰੀ ਬਾਤ ਹੋਈ ਤਾਂ ਉਹ ਕਹਿੰਦਾ ਕਿ ਓਕੇ, not now, I will tell you tomorrow, not today. ਉਹ ਕਹਿੰਦਾ ਠੀਕ ਹੈ। ਬਾਪ ਨੂੰ ਸੋਚਿਆ, ਮਨ ਵਿੱਚ ਉਹਦੇ ਚੱਲਿਆ ਵੀ ਪਤਾ ਨਹੀਂ ਕੁਛ ਵੱਡੀ ਕੋਈ ਗੜਬੜ ਹੋ ਗਈ ਹੋਏਗੀ, ਕੁਝ ਦਿਨੇ ਕੁਛ ਹੋਇਆ ਹੋਏਗਾ, ਕੁਛ ਅਬਿਊਜ਼ ਹੋਇਆ ਹੋਏਗਾ। ਸੋ ਮੈਨੀ ਥਿੰਗਸ ਐਕਚੁਅਲੀ ਗੋਇੰਗ ਔਨ ਇਨ ਫਾਦਰਸ ਮਾਈਂਡ। ਖੈਰ ਅਗਲਾ ਦਿਨ ਚੜ੍ਹਿਆ। ਫਾਦਰ ਕਹਿੰਦਾ, ਮੇਰੇ ਸੱਜਣ ਕਹਿੰਦੇ ਮੈਂ ਉਹ ਟਾਈਮ ਲਿਆਂਦਾ ਕਿਸੇ ਤਰੀਕੇ ਦੇ ਨਾਲ, ਉਹਦੇ ਕੋਲ ਬੈਠਾ, ਉਹਨੂੰ ਪੁੱਛਿਆ, ਹਾਂ ਭਾਈ ਦੱਸ ਕੀ ਗੱਲ ਆ? ਉਹ ਕਹਿੰਦਾ ਓਕੇ। ਉਹਨੇ ਫਾਦਰ ਦਾ ਲੈਪਟਾਪ ਉਹ ਜਿਹੜਾ ਹੈਗਾ ਔਨ ਕੀਤਾ, ਉਹਦੇ 'ਚ ਉਹਨੂੰ ਇੱਕ ਵੀਡੀਓ ਦਿਖਾਈ। ਵੀਡੀਓ ਦੇ ਵਿੱਚ ਕੀ ਹੈ ਕਿ ਵੀਡੀਓ ਦੇ ਵਿੱਚ ਇੱਕ ਬੜੀ ਲੰਮੀ ਚੌੜੀ ਕਹਿੰਦਾ ਇੱਕ ਡਾਕੂਮੈਂਟਰੀ ਹੈ। ਉਸ ਡਾਕੂਮੈਂਟਰੀ ਦੇ ਵਿੱਚ ਫਾਦਰ ਸਨ ਇੰਟਰੈਕਸ਼ਨ ਵਿਖਾਈ ਜਾ ਰਹੀ ਹੈ। ਫਾਦਰ ਸਨ ਇੰਟਰੈਕਸ਼ਨ ਇਸ ਤਰ੍ਹਾਂ ਆ ਕਿ ਇੱਕ ਬੜਾ ਵੱਡਾ ਐਥਲੀਟ ਆ, ਅਤੇ
तो वो कुछ अकांपलिश करता है अपने कैरीयर के बड़े पीक के उत्ते। तो जो पीक के उत्ते जाके उस तरीके अकांपलिश करता है उन्होंने उस लैवल पर लोग एप्रीशिएशन देंगे ने, सब चीज़ां होंदियां, एवरीथिंग वॉज गोइंग वेरी एक्चुअली ग्लोरीफुल। दैट टाइम a news media card asked that athlete, how do you find out that you have really that kind of talent inside you, which you are bringing over here and which you are actually showing to the world? Old athlete है वो आंसर करता है, you know, when I was very small kid and I was just playing here and there, and my father that time told me, बेटा जो तू इस तरीके से छोटे छोटे मूव कर रहे हैं, स्किल कर जिस शो कर रहे हैं ना, यू गोना बी वेरी गुड एथलीट वन डे। वो कहता ड्यू टू दैट रीजन, ड्यू टू दोज वर्ड्स आई एम हियर एज ए एथलीट। ठीक है जी। उस डॉक्यूमेंट एक जगह हो रहा है, ਉਹਦੇ 'ਚ ਹੁੰਦਾ ਇਹ ਹੈ ਕਿ ਇੱਕ ਬੰਦਾ ਪ੍ਰਿਜ਼ਨ 'ਚ ਬੈਠਾ ਆ ਅਤੇ ਉਹਨੂੰ ਇੰਟਰਵਿਊ ਕਰਨ ਵਾਲਾ ਪੁੱਛ ਰਿਹਾ ਹੈ ਕਿ ਤੂੰ ਜੇਲ੍ਹ ਵਿੱਚ ਆ ਅਤੇ ਤੈਨੂੰ ਐਕਚੁਅਲੀ ਇਸ ਗੱਲ ਦੇ ਉੱਤੇ ਅਫਸੋਸ ਹੋਣਾ ਚਾਹੀਦਾ ਹੈ ਕਿ ਇਸ ਤਰੀਕੇ ਨਾਲ ਜੇਲ੍ਹ ਪਹੁੰਚ ਗਿਆ ਤੂੰ, ਬਟ ਆਖਰਕਾਰ ਇਹ ਡੈਸਟਨੀ ਬਣੀ ਕਿਵੇਂ? ਉਹ ਕਹਿੰਦਾ ਬਿਕੋਜ਼ ਮਾਈ ਫਾਦਰ ਯੂਜ਼ ਟੂ ਸੇ ਮੀ one day you are going to be in prison because you are not listening to me. ਹੁਣ ਜਿਹੜੀ ਮੈਂ ਸਟੋਰੀ ਸਾਰੀ ਨੂੰ ਵਾਈਂਡ ਅਪ ਕਰਕੇ ਇੱਥੇ ਲਿਆਉਣਾ ਚਾਹ ਰਿਹਾ ਸੀਗਾ, ਵਰਡਸ ਜਿਹੜੇ ਨੇ, ਲਫ਼ਜ਼ ਜਿਹੜੇ ਨੇ, ਅਲਫਾਜ਼ ਜਿਹੜੇ ਨੇ, ਹਰਫ ਜਿਹੜੇ ਨੇ, ਇਹਨਾਂ ਦੇ ਕਿੰਨੇ ਮਾਇਨੇ ਹੁੰਦੇ ਨੇ, ਇਹਨਾਂ ਬਾਰੇ ਅਸੀਂ ਅਵੇਅਰ ਨਹੀਂ ਹੁੰਦੇ ਕਈ ਵਾਰ। ਹੁਣ ਜਿਹੜੀ ਇਹ ਬਾਤ ਆ ਰਹੀ ਹੈ, ਗੁਰੂ ਗ੍ਰੰਥ ਸਾਹਿਬ ਸ਼ਬਦ ਗੁਰੂ ਹੈ, ਸ਼ਬਦ, ਅਲਫਾਜ਼, ਹਰਫ, ਅੱਖਰ ਜਿਹੜੇ ਨੇ, ਜਿਹੋ ਜਿਹੇ ਲਫ਼ਜ਼, ਜਿਹੋ ਜਿਹੇ ਹਰਫ, ਜਿਹੋ ਜਿਹੇ ਅੱਖਰ ਪੜ੍ਹਾਂਗੇ, ਪੜ੍ਹਾਵਾਂਗੇ, ਸੁਣਾਂਗੇ, ਸੁਣਾਵਾਂਗੇ ਇੱਕ ਦੂਜੇ ਨੂੰ, ਉਹੋ ਜਿਹੀ ਕੁਝ ਨਾ ਕੁਝ ਜ਼ਹਿਨੀਅਤ ਡਿਵੈਲਪ ਹੋਏਗੀ, ਉਹ ਸ਼ੇਪ ਦੇਗੀ ਸਾਡੀ ਆਉਣ ਵਾਲੀ ਡੈਸਟਨੀ। ਹੁਣ ਇੱਥੇ ਵਰਡ ਆ ਰਿਹਾ ਹੈ, ਮਾਧਵੇ ਭਜ ਦਿਨ ਨਿਤ ਰਹਿਣੀ। ਮਾਧਵੇ, ਮਾਧਵੇ ਅਕਾਲ ਪੁਰਖ ਵਾਹਿਗੁਰੂ ਨੂੰ ਕਿਹਾ ਗਿਆ। ਇਹਦੇ ਜਿਹੜਾ ਫੈਮਿਨਨ ਵਰਡ ਹੈ ਉਹ ਹੈ ਮਾਧਵੀ। ਮਾਧਵੀ ਕਹਿੰਦੇ ਨੇ ਮਾਇਆ ਨੂੰ, ਲక్ష్ਮੀ ਨੂੰ। ਭਾਰਤੀ ਖਿੱਤਾ ਜਿਹੜਾ ਆ ਇਹ ਹਜ਼ਾਰਾਂ ਹਜ਼ਾਰਾਂ ਸਾਲਾਂ ਤੋਂ ਲక్ష్ਮੀ ਪੂਜਨ ਕਰਦਾ ਰਿਹਾ, ਅਜੇ ਵੀ ਲక్ష్ਮੀ ਪੂਜਨ ਦੀ ਬੇਇੰਤਹਾ ਆ। ਮਾਇਆ, ਸਰਮਾਇਆ, ਦੌਲਤ, ਪੈਸਾ, ਇਹੀ ਸਭ ਕੁਛ ਹੈ, ਨਥਿੰਗ ਐਲਸ। ਕਿਹਾ ਜਾਂਦਾ ਇਹ ਮੁਲਕ ਸੋਨੇ ਦੀ ਚਿੜੀਆ ਸੀਗਾ, ਇਹ ਸਭ ਕੁਛ ਸੀਗਾ। ਭਾਈ ਗੱਲ ਇਹ ਹੈ ਕਿ ਜਦੋਂ ਇੱਕੋ ਹੀ ਖਾਸ ਕਰਕੇ ਮਾਰਵਾੜੀ ਡੋਮੀਨੇਸ਼ਨ ਸੀਗੀ, ਮਹਾਜਨ ਬਿਰਤੀ ਸੀਗੀ, ਬਸ ਮਾਇਆ ਤੇ ਮਾਇਆ ਇਹੋ ਚੀਜ਼ ਚਾਹੀਦੀ ਹੈ। ਹੋਣਾ ਕਿਸੇ ਦੇ ਨਾਲ, ਇਹਦੇ ਨਾਲ ਸਰਮਾਇਆ ਤੇ ਬੜਾ ਵੱਧ ਜਾਏਗਾ, ਪਰ ਉਹ ਸਰਮਾਇਆ ਅਲਟੀਮੇਟਲੀ ਲੈ ਕੇ ਕਿੱਥੇ ਗਿਆ? ਆਪ ਦੇਖੋਗੇ ਕਿ ਇੱਥੇ ਵੱਡੇ ਵੱਡੇ ਸੋਨੇ ਦੇ ਜਿਹੜਾ ਹੈਗਾ ਸੋਨੇ ਚਾਂਦੀ ਜਵਾਹਰਾਤਾਂ ਦੇ ਨਾਲ ਭਰੇ ਹੋਏ ਮੰਦਰ, ਦਿਓਹਰੇ, ਇਹੋ ਜਿਹੇ ਜਿਹੜੇ ਦੁਆਰੇ, ਇਹ ਸਭ ਚੀਜ਼ਾਂ ਬਣੀਆਂ। ਹਮਲਾਵਰ ਆਏ, ਲੁੱਟਿਆ, ਖੋਇਆ, ਮਾਰਿਆ, ਸਭ ਚੀਜ਼ਾਂ ਹੋਈਆਂ। ਪੈਸਾ ਤੇ ਇੰਤਹਾ ਸੀਗਾ, ਸਰਮਾਏ ਦੀ ਕਮੀ ਥੋੜ੍ਹਾ ਸੀ ਜਿੰਨਾ ਹਮਲਾਵਰਾਂ ਨੇ ਲੁੱਟਿਆ ਇੱਥੋਂ। ਪਰ ਉਹ ਸਭ ਦੇ ਹੋਣ ਦੇ ਬਾਵਜੂਦ ਵੀ ਇਹ ਸੁਸਾਇਟੀ ਸਲੇਵ ਬਣ ਕੇ ਰਹੀ, ਇਸ ਸਮਾਜ ਦੇ ਵਿੱਚ ਗੁਲਾਮੀ ਦੀ ਇੰਤਹਾ ਹੋਈ। ਇਹ ਸਭ ਚੀਜ਼ਾਂ ਅਸੀਂ ਵੇਖੀਆਂ। ਗੁਰੂ ਬਾਬਾ ਜੀ ਨੇ ਸਾਨੂੰ ਇਹ ਕਿਹਾ, ਮਾਧਵੀ ਦੇ ਮਗਰ ਨਾ ਭੱਜ, ਉਹਦੀ ਆਸਥਾ ਨਾ ਕਰ, ਉਹਦੀ ਪੂਜਾ ਨਾ ਕਰ। ਮਾਧਵ, ਮਾਧਵ ਨਾਂ ਹੈ ਰੱਬ ਦਾ, ਮਾਧਵ ਨਾਂ ਹੈ ਮਾਧਵੀ ਦੀ ਮਲਕੀਅਤ ਰੱਖਣ ਵਾਲੇ। ਗੁਰੂ ਸਾਹਿਬ ਦੇ ਸ਼ਬਦਾਂ ਨੂੰ ਪੜ੍ਹੋ ਬਾਣੀ ਵਿੱਚ। ਮਹਾਰਾਜ ਇਹ ਬਿਆਨ ਕਰਦੇ, ਚੇਰੀ ਕੀ ਸੇਵਾ ਕਰੈ ਠਾਕੁਰ ਨਹੀਂ ਦਿਸੈ, ਪੋਖਰ ਨੀਰ ਬਰੋਲੀਐ ਮਾਖਨ ਨਹੀਂ ਰੀਸੈ। ਚੇਰੀ ਕੀ ਸੇਵਾ ਕਰੈ, ਇੱਥੇ ਜਿਹੜੇ ਵੱਖਰੇ ਵੱਖਰੇ ਅਵਤਾਰਾਂ ਵਗੈਰਾ ਨੂੰ ਜਿਵੇਂ ਮਿਥਿਹਾਸ ਦੇ ਵਿੱਚ ਡਿਫਰੈਂਟ ਲਿਟਰੇਚਰ ਦੇ ਵਿੱਚ ਪ੍ਰੈਜ਼ੈਂਟ ਕੀਤਾ ਗਿਆ, ਅਤੇ ਉਹਦੇ ਅੰਦਰ 24 ਅਵਤਾਰ ਲਿਆਂਦੇ ਗਏ।
24 ਅਵਤਾਰ ਕਿਹਦੇ ਨੇ? ਵਿਸ਼ਨੂੰ ਦੇ। ਵਿਸ਼ਨੂੰ ਮੁੱਖ ਉਪਾਸਨਾ ਦਾ ਸੈਂਟਰ ਹੈ, ਮਰਕਜ਼ ਆ ਉਹਨਾਂ ਦਾ, ਸੈਂਟਰਲ ਜਿਹੜਾ ਜਿਹਨੂੰ ਕਿਹਾ ਜਾਏ ਕਿ ਇੱਕ ਇਮੇਜ ਆਫ ਵਰਸ਼ਿਪ ਹੈਗੀ, ਵਰਸ਼ਿਪ ਕਰਨ ਵਾਲੀ ਸਭ ਤੋਂ ਵੱਡੀ ਜਿਹੜੀ ਆਸਥਾ ਦਾ ਕੇਂਦਰ ਆ। ਜੇ ਉਹਨਾਂ ਦੇ ਉੱਥੋਂ ਦੇ ਮੰਦਰਾਂ ਵਗੈਰਾ ਹੀ ਤੁਸੀਂ ਦੇਖੋਗੇ, ਜਾਂ ਤੁਸੀਂ ਕੈਲੰਡਰ ਵਗੈਰਾ ਕਦੇ ਦੇਖੇ ਹੁਣ ਮਾਡਰਨ ਵਰਲਡ ਦੇ ਵਿੱਚ, ਉਹਦੀ ਜਦੋਂ ਵਿਸ਼ਨੂੰ ਦੀ ਤਸਵੀਰ ਬਣਾਈ ਜਾਂਦੀ ਹੈ, ਉਹਨੂੰ ਕੌਲ ਦੇ ਫੁੱਲ 'ਤੇ ਲਟਾਇਆ ਹੁੰਦਾ ਆ, ਉਹਦੇ ਸਿਰ ਦੇ ਉੱਤੇ ਸ਼ੇਸ਼ਨਾਗ ਇਸ ਤਰੀਕੇ ਦੇ ਨਾਲ ਛਾਇਆ ਕਰਕੇ ਬੈਠਾ, ਉਹਦੇ ਪੈਰਾਂ ਦੇ 'ਚ ਇੱਕ ਇਸਤਰੀ ਬੈਠੇ, ਉਹਦੇ ਪੈਰ ਕੁੱਟ ਰਹੀ ਹੈ, ਉਹਨੂੰ ਲక్ష్ਮੀ ਕਿਹਾ ਜਾਂਦਾ। ਹੁਣ ਇਹ ਸਾਰੀਆਂ ਚੀਜ਼ਾਂ ਨੂੰ ਗੁਰੂ ਬਾਬਾ ਜੀ ਉੱਥੇ ਬਿਆਨ ਕਰਦੇ, ਮਹਾਰਾਜ ਕਹਿੰਦੇ ਓਏ ਇੱਕ ਪਾਸੇ ਤੁਸੀਂ ਆਪਣੇ ਹੀ ਮਿਥਿਹਾਸ ਦੇ ਵਿੱਚ ਆਪਣੀਆਂ ਉਹਨਾਂ ਮਿਥਿਓਲੋਜੀ, ਉਹਨਾਂ ਦਾਸਤਾਵਾਂ ਤੇ ਉਹਨਾਂ ਸਭ ਚੀਜ਼ਾਂ ਦੇ ਵਿੱਚ ਇਹ ਚੀਜ਼ਾਂ ਪਾ ਕੇ ਬੈਠੇ ਹੋ ਕਿ ਇਹ ਤੇ ਸਾਡੇ ਅਵਤਾਰ ਦੀ ਦਾਸੀ ਹੈ। ਦੂਸਰੇ ਪਾਸੇ ਅਵਤਾਰ ਨੂੰ ਛੱਡ ਕੇ ਦਾਸੀ ਦੇ ਮਗਰ ਭੱਜ ਰਹੇ ਹੋ, ਫਿਰ ਤੁਹਾਡਾ ਕਲਿਆਣ ਕਿੱਥੋਂ ਹੋਏਗਾ? ਚੇਰੀ ਕੀ ਸੇਵਾ ਕਰੇ ਠਾਕੁਰ ਨਹੀਂ ਦਿਸੈ, ਜਿਹੜਾ ਅਸਲ ਮਲਕੀਅਤ ਵਾਲਾ ਉਹ ਤੁਹਾਨੂੰ ਦਿਸ ਨਹੀਂ ਰਿਹਾ। ਗੁਰੂ ਬਾਬਾ ਜੀ ਇੰਪਾਵਰਮੈਂਟ ਦੀ ਗੱਲ ਕਰ ਰਹੇ ਇਹਦੇ ਵਿੱਚ, ਜਿਵੇਂ ਜੋ ਕਿਸੇ ਦੀ ਆਸਥਾ ਪੂਜਾ ਅਰਚਨਾ ਹੈ ਉਹਦੇ ਵਿੱਚੋਂ ਹੀ ਕੁਝ ਚੀਜ਼ਾਂ ਲੱਭ ਕੇ ਉਹਨਾਂ ਨੂੰ ਸਿੱਖਿਅਤ ਕਰਨ ਦੀ ਗੱਲ ਆ ਰਹੀ ਹੈ। ਇਸ ਖਿੱਤੇ ਦੇ ਅੰਦਰ ਜਦੋਂ ਬੰਦੇ ਦਾ ਧਰਮ ਸਿਰਫ ਤੇ ਸਿਰਫ, ਜਿਹਨੂੰ ਭਾਈ ਗੁਰਦਾਸ ਜੀ ਕਹਿੰਦੇ 4 ਵਰਣ ਜਿਹੜੇ ਸੀਗੇ, ਉਹ ਗੁਰੂ ਬਾਬਾ ਜੀ ਨੇ ਇੱਕ ਵਰਣ ਕੀਤੇ, ਉਹ ਵਰਣ ਸੀ ਬ੍ਰਹਮ ਵਰਣ। ਉਹ ਵਰਣ ਸੀਗਾ ਜਿਹੜਾ ਵਰਣ ਵਾਕਿਆ 'ਚ ਉਸ ਲੈਵਲ 'ਤੇ ਪਹੁੰਚ ਸਕੇ ਜਿਸ ਲੈਵਲ 'ਤੇ ਮਨੁੱਖ ਨੂੰ ਪਹੁੰਚਣਾ ਚਾਹੀਦਾ ਹੈਗਾ। ਮੈਂ ਛੋਟੀ ਜਿਹੀ ਐਗਜ਼ਾਮਪਲ ਹੋਰ ਕਰਕੇ ਫਿਰ ਬਾਕੀ ਬੱਚਨ ਨੂੰ ਮਾਈਂਡ ਅਪ ਕਰ ਦਿੰਦਾ ਵਾਂ। ਉਹਦੇ 'ਚ ਇਹ ਹੁੰਦਾ, ਗੁਰੂ ਨਾਨਕ ਸਾਹਿਬ ਨੇ ਜਦੋਂ ਕਰਤਾਰਪੁਰ ਵਸਾਇਆ ਨਾ, ਤੇ ਅਕਸਰ ਗੁਰੂ ਬਾਬਾ ਜੀ ਦੇ ਕੋਲ ਡਿਫਰੈਂਟ ਸਕੂਲਸ ਨਾਲ ਜੁੜੇ ਹੋਏ, ਸਕੂਲ ਮੀਨ ਡਿਫਰੈਂਟ ਆਈਡੀਓਲੋਜੀ ਨੂੰ ਮੰਨਣ ਵਾਲੇ ਲੋਕ ਆਉਂਦੇ ਧਰਮਾਚਾਰ ਕਰਨ ਵਾਸਤੇ, ਧਰਮ ਸਿੱਖਿਆ ਲੈਣ ਵਾਸਤੇ, ਧਰਮ ਸਿੱਖਿਆ ਚਰਚਾ ਵਗੈਰਾ ਕਰਨ ਵਾਸਤੇ। ਬਾਬਾ ਜੀ ਸਾਰਿਆਂ ਨੂੰ ਜੀ ਆਇਆਂ ਕਹਿੰਦੇ, ਕਿਉਂਕਿ ਇੱਥੇ ਤੇ ਜਬ ਲਗ ਦੁਨੀਆ ਰਹੀ ਹੈ, ਨਾਨਕ ਕਿਛ ਕਹੀ ਹੈ। ਇੱਥੇ ਤੇ ਡਾਇਲੋਗ ਦੀ ਗੱਲ ਹੈ, ਸੁਣਨ ਕਹਿਣ ਦੀ ਗੱਲ ਹੈ, ਇਹ ਸਮਝਣ ਸਮਝਾਉਣ ਦੀ ਗੱਲ ਹੈ। ਸਿੱਖੀ ਸਿੱਖਿਆ ਗੁਰ ਵਿਚਾਰ, ਸਿੱਖੀ ਤੇ ਫਲਾਏ 'ਚ ਇਸ ਤਰ੍ਹਾਂ ਆਉਂਦੀ ਹੈ। ਖੈਰ ਇੱਕ ਅਵਧੂਤ ਨੇ, ਜੋਗੀ ਨੇ, ਤੇ ਜੋਗੀਆਂ ਦਾ ਇੱਕ ਵੱਡਾ ਟੋਲਾ ਜਿਹੜਾ ਹੈਗਾ ਉਹ ਕਿਤੇ ਕਰਤਾਰਪੁਰ ਪਹੁੰਚਦਾ ਆ। ਤੇ ਜਦੋਂ ਕਰਤਾਰਪੁਰ ਪਹੁੰਚਦਾ ਹੈ ਤੇ ਉਹ ਆ ਕੇ ਜਦੋਂ ਆਏ ਨੇ ਤੇ ਉਹ ਕੀ ਦੇਖਦੇ ਨੇ ਕਿ ਸਵੇਰ ਸਮੇਂ ਜਦੋਂ ਸੂਰਜ ਚੜ੍ਹ ਗਿਆ, ਕੁਝ ਸਮਾਂ ਨਿਕਲ ਗਿਆ, ਤੇ ਉਸ ਤੋਂ ਬਾਅਦ ਉਹ ਆ ਰਹੇ ਨੇ, ਤੇ ਉਸ ਵਕਤ ਕੀ ਦੇਖਦੇ ਨੇ ਕਿ ਜਿਹੜੇ ਗੁਰੂ ਬਾਬਾ ਜੀ ਦੇ ਸਿੱਖ ਨੇ, ਗੁਰੂ ਬਾਬਾ ਜੀ ਨਗਰ ਕਰਤਾਰਪੁਰ ਦੇ ਵਿੱਚ, ਉਹ ਕੀ ਕਰ ਰਹੇ ਨੇ? ਪਸ਼ੂਆਂ ਨੂੰ ਸੰਭਾਲ ਰਹੇ ਨੇ। ਗੋਇਆ ਕਰਕਟ ਸੱਟਿਆ ਜਾ ਰਿਹਾ ਹੈ, ਡੰਗਰ ਮੱਝਾਂ ਸੰਭਾਲੀਆਂ ਜਾ ਰਹੀਆਂ ਨੇ, ਖੇਤੀ ਦੇ ਕਾਰਗੁਜ਼ਾਰੀ 'ਚ ਸਾਰੀ ਮੁਸ਼ੱਕਤ ਦਾ ਸਾਰਾ ਕਾਰਜ ਹੋ ਰਿਹਾ ਇਸ ਕਿਸਮ ਦੇ ਨਾਲ। ਇਹ ਸਾਰਾ ਕੁਝ ਵੇਖ ਕੇ ਉਹ ਬੜਾ ਨੱਕ ਮੂੰਹ ਵੱਟਦੇ ਤੇ ਵੱਟ ਕੇ ਸੋਚਦੇ, ਓਹੋ ਇਹ ਗੁਰੂ ਬਾਬਾ ਜੀ ਨੇ ਕੀ ਕੀਤਾ? ਨਗਰ ਵਸਾਇਆ, ਗ੍ਰਾਂ ਵਸਾਇਆ ਹੈ। ਇਹਨਾਂ ਲੋਕਾਂ ਨੂੰ ਕੋਈ ਬ੍ਰਹਮ ਵਿਦਿਆ ਦਿੰਦੇ, ਕੋਈ ਬ੍ਰਹਮ ਤਾਲੀਮ ਦਿੰਦੇ। ਇਹ ਕਿਹੜਾ ਸ਼ੂਦਰਾਂ ਦਾ ਕਾਰਜ, ਕੰਮੀਆਂ ਦਾ ਕਾਰਜ, ਜਿਹਨੂੰ ਅਸੀਂ ਪੰਜਾਬੀ 'ਚ ਕਈ ਵਾਰੀ ਇਸ ਲੈਵਲ 'ਤੇ ਜ਼ਬਾਨ ਲਫ਼ਜ਼ ਯੂਜ਼ ਕਰਦੇ ਹਾਂ। ਇਹ ਕੀ ਹੈ? ਤੇ ਸਾਰੀ ਸੜਹਾਂਦ ਆ ਰਹੀ ਹੈ, ਗੋਇਆ ਚੱਕ ਰਹੇ, ਪਸ਼ੂ ਸਾਂਭ ਰਹੇ, ਤੇ ਸ਼ੂਦਰ ਜੂਨ 'ਚ ਆ ਗਏ। ਓਹੋ, ਇਹ ਤਾਂ ਕੋਈ ਹੈ ਹੀ ਨਹੀਂ ਕਿਸੇ ਕਿਸਮ ਦੇ ਨਾਲ ਇਹਦੇ ਵਿੱਚ। ਖੈਰ ਉਹ ਕਾਫੀ ਵਕਤ ਲਗਾ ਕੇ ਸਿੱਖ ਇਸ ਤਰੀਕੇ ਨਾਲ ਕਰ ਰਹੇ ਨੇ। ਗੁਰੂ ਬਾਬਾ ਜੀ ਉਹਨਾਂ ਨੂੰ ਆਇਆਂ ਨੂੰ ਖੈਰ ਮੁਕਦਮ ਕਰਦੇ, ਬਿਠਾਉਂਦੇ, ਗੱਲਾਂ ਬਾਤਾਂ ਹੁੰਦੀਆਂ ਕੁਝ, ਪਰ ਅੰਦਰ ਉਹਨਾਂ ਦੀ ਚੀਜ਼ਾਂ ਚੱਲ ਰਹੀਆਂ। ਬਾਬਾ ਜੀ ਨੇ ਸਾਰਾ ਮਹਿਸੂਸ ਕੀਤਾ ਸਭ। ਬਾਬਾ ਜੀ ਕਹਿੰਦੇ ਵੀ ਤੁਸੀਂ ਅਵਧੂਤ ਲੋਕ ਹੋ, ਬਰਾਗੀ ਜੋਗੀ ਲੋਕ ਆਪਣੇ ਆਪ ਨੂੰ ਕਹਿੰਦੇ, ਤੇ ਭਾਈ ਤੁਸਾਂ ਕਿਹੜਾ ਕਿਤੇ ਜਾ ਕੇ ਪਹਾੜਾਂ ਕੰਦਰਾਂ 'ਤੇ ਜਾਣਾ? ਉਹ ਕਹਿੰਦੇ ਅਸੀਂ ਚੱਲਦੇ ਹਾਂ, ਇਜਾਜ਼ਤ ਲੈਣ ਲੱਗੇ। ਬਾਬਾ ਜੀ ਕਹਿੰਦੇ ਕੋਈ ਨਾ, 2-4 ਦਿਨ ਰਹੋ ਇੱਥੇ ਕੁਝ ਨਗਰ ਗਿਰਾਂ ਦੇ ਵਿੱਚ, ਕੁਝ ਹੱਥ ਵਟਾਓ ਸਾਡੇ ਨਾਲ, ਕੁਝ ਅਸੀਂ ਤੁਹਾਨੂੰ ਕੁਝ ਖਾਣ ਪਾਣ ਲਈ ਦਿੰਦੇ ਹਾਂ ਇੱਥੇ ਇਸ ਕਿਸਮ ਦੇ ਨਾਲ। ਉਹ ਕਹਿੰਦੇ ਨਹੀਂ ਅਸੀਂ ਨਗਰ ਗਿਰਾਂ 'ਚ ਨਹੀਂ ਰਹਿਣਾ। ਉਹ ਸ਼ੂਦਰਾਂ ਦਾ ਕਾਰਜ ਹੋ ਰਿਹਾ ਸਾਰਾ, ਇਹ ਤਾਂ ਅਸੀਂ ਕਿਉਂ ਕਰਾਂਗੇ? ਖੈਰ ਉਹਨਾਂ ਨੇ ਆਪਣਾ ਪ੍ਰਸ਼ਾਦਾ ਪਾਣੀ ਜਿਹੜਾ ਰਸਦ ਵਗੈਰਾ ਲੈਣੀ ਸੀਗੀ ਪੱਕੀ, ਉਹ ਰਸਦ ਲਈ ਨਗਰ ਤੋਂ ਬਾਹਰ ਦੁਰਾਡੇ ਚਲੇ ਗਏ। ਠੀਕ ਹੈ ਜੀ, ਹੁਣ ਅਸੀਂ ਕੱਲ੍ਹ ਨੂੰ ਆਵਾਂਗੇ ਤੁਹਾਡੇ ਨਾਲ ਫਿਰ ਵਿਚਾਰ ਚਰਚਾ ਕਰਨ ਵਾਸਤੇ। ਹੁਣ ਉਹ ਵਿਚਾਰ ਚਰਚਾ ਕਰਨ ਵਾਸਤੇ ਅਗਲੇ ਦਿਨ ਆਏ, ਤੇ ਅਗਲੇ ਦਿਨ ਜਦੋਂ ਆ ਕੇ ਉਹ ਕੀ ਦੇਖਦੇ ਨੇ ਕਿ ਉਹ ਆਏ ਨੇ ਤੇ ਉੱਥੇ ਕਿਤੇ ਬਾਈ ਚਾਂਸ ਫਸਲ ਵਗੈਰਾ ਤੋਲਣ ਵਾਸਤੇ ਕੁਝ ਵਪਾਰੀ ਲੋਕ ਆ ਗਏ ਨੇ। ਕੁਝ ਇਸ ਕਿਸਮ ਦੇ ਨਾਲ ਸੌਦਾਗਰੀ ਵਗੈਰਾ ਦੀ ਬਾਤ ਹੋ ਰਹੀ ਹੈ, ਫਸਲਾਂ ਨਾਪਣ ਤੋਲਣ ਦੀ, ਤੇ ਇੱਕ ਤਰ੍ਹਾਂ ਦੀ ਸਾਰਾ ਇੱਕ ਤੱਕੜ ਚੱਲ ਰਹੇ ਨੇ। ਸਭ ਚੀਜ਼ਾਂ ਵੇਖ ਕੇ ਕਹਿੰਦੇ ਕਮਾਲ ਹੋ ਗਈ,
इत्थे ते पूरे दी पूरी जिहड़ी है वैश बिरती फैल गई। ये तो सारा माया का लैन देन कर रहे हैं तो सब चीज़ां इस रूप में हो रही हैं। हो उस दिन लगा भी ये तो वाकया च ये तो या शूदर ने तो या फिर इस तरीके दे नाल ये सब कुछ कहने कहांदियां वो फिर जिहड़ा हैगा वो गुरु बाबा जी नाल कुछ समा बतीत करते हैं, फिर चले जाते हैं सरद रसद पानी लैके नगर तो बाहर। अज जो तीसरे दिन आए तो तीसरे दिन किते उस वक्त आ गए जिस वक्त गुरु बाबा जी बैठ के विद्या तालीम ते सारी बात हो रही है। वो आके बैठे गुरु बाबा जी के कोल, जो आके देखिया उत्थे ते पोइट्री उकर रही है, उत्थे ते बड़ा उमदा किस्म की फिलासफी पढ़ाई समझाई जा रही है, गुरु उपदेशों दी बातां हो रही ने, सब ये सारा कुछ वेख विखा के लगा कमाल है, बड़ा उमदे किस्म की जिहड़ी है ब्रह्म विद्या तालीम हो रही है। ये तो कोई ब्रह्म ज्ञान की बात है। खैर वाकई च गुरु अपना रोल अदा कर रहा है। अज उन्होंने कुछ अंदरों सोच बदल ली है। खैर वो अज फिर रस्त पानी लैके चले गए। गुरु बाबा जी ने कहा भी गल यह है तुसीं आउंदे ते हैगे हो, नगर तो थोड़ी दूर भी रहिंदे हो, पर एक काम करो जे नगर तो दूर ही रहना तो कोई गल नहीं, रह लो, पर कल नूं अर्ली मॉर्निंग बहुत प्रभात भाव थोड़ा जिन्हों मूँह नेरे का समा कहते उस समय आए, कुछ भजन बंदगी करांगे उदों बैठांगे, शाम दिन के समय सानूं कोई कारगुजारी हो रहा असीं उस पासे लगना है। खैर अज बड़ी अर्ली मॉर्निंग आ गए। जदों आए तो आके वेख्या तो कीर्तन हो रहा आ, भजन बंदगी हो रही है, किते इसा बासा की वार गाइया जा रही ने, सब चीज़ां लगा इत्थे करतार आ वसिया, इत्थे वाकया ची इत्थे वाकया ची करतारपुर आ। ये सारी आभा नूं मंडत होंदे सारी चीज़ होंदी हो सारा माणदे। जदों दीवान समाप्त होंदा तो कुछ सिख अपने पहले कारगुजारी च लगते, पशुआं वाली दूजी, कुछ सिखां नूं गुरु बाबा जी कहते भाई अज असीं उस काम ते जाना है, इस करके वो जोगी लोग कहते कित्थे जाना है, बाबा जी कहते चलो तो नाल लै चलते हैं। वो गुरु बाबा जी दे नाल हो लेंदे, जदों हो लेंदे जाके वो किते नगर गिरावां दे विच लोड़वंदां दी मदद करदे, रोगियां दी तीमारदारी वास्ते इलाज करदे, लोड़वंदां नूं कोई सहायता दिंदे, सारे कारगुजारी। उन्हां नूं लगा ये तो रब दा कारज है, ये तो देवतियां दा कारज है। अखीर जदों सारा दिन इस किस्म नाल बतीत करके शाम नूं वापस आए, आके बाबा नानक नूं कहिंदे बाबा नानक जी असीं तुहाडे तो खिमा चाहुंदे हां, पर तुहाडे नाल गल करनी है। महाराज कहंदे दसो। कहंदे असीं तुहाडे बारे तुहाडे सिखां बारे पहलां ये सोचदे सी इस शूद्र अछूत हो गए, फिर असीं सोचदे सी माया तारी महाजन बन गए, फिर असीं सोचिया थोड़ा बहुता हाँ ये ब्रह्म विद्या भी लैंदे ने, पर जो असीं अज तुहाडा सारा सवेर तो शाम तक की कारगुजारी देखी है, किते भजन बंदगी है, किते लोड़वंदां दी मदद है, किते सब, सानूं लगा वाकई च ये सिख नहीं असल च देवते लोग ने, दैवी गुणां नाल प्रणाइयां हस्तियां ने। महाराज बयान करदे मेरा सिख सब कुछ ही है, इहदे विच एक काम करन वाला बहुत उद्यमी पुरुषार्थी हाईली एक्टिव परसनैलिटी वो भी पई है, जी हर वक्त एक्टिव है, नेस्त जिदे किसी किस्म का दलिद्र नेड़े नहीं आएगा। ये है उद्यमी होना। जिहड़ा उद्यमी है असीं शब्द पढ़ते ना उद्यम करेंदियां जीव तू कमावदियां सुख पुंज, वो तो कमाई किन्नी क दूर रह जाएगी। मुशक्कती लोगों के सामने धरती हर चीज़ उन्होंने नवाजन वास्ते तैयार हो जाती है। जून 1984 अज एक जून तो प्रारंभ हो रहा समा, बहुता पिछे नहीं गा। देखो समाजां दे विच इहो जिहा समा कदी किसी नूं वेखण नूं ना मिले। वो मरकजी स्थान जिन्हों सिजदे करदियां जो भी मनुखता नूं प्यार करने वाला आ उहदा सिर नहीं थकदा। उत्थे टैंक चढ़ते हैं, तोपां चढ़दियां ने, गोलियां चलदियां ने। जिस मुल्क नूं स्थापित करने वास्ते, जिस सभ्यता नूं बचाउण वास्ते साडे गुरु बाबा जी ने अपने सीस लगा दिते, साडे सिख मरजीवड़ियां ने अपनियां जानां हलूल दित्तियां, उन्ना ही सिखां दी शारक उस मुल्क दे राखियां ने इस तरीके नाल वड्डी। इस तो वड्डी धरती दे उत्ते मतलब
अन्याय की बेन्याई की होर किहड़ी तस्वीर वेखोगे। इट हैपन्ड, ये होया इस तरीके दे नाल। इहदे पिछे वखरे वखरे कारण बयान किए जा सकते हैं। किते असी अफजल रंधावा दियां पोएम्स पढ़ते हैं, समा बने आउंदे दिनों च मैं पूरी बात पावांगा। किते असी खुशवंत सिंह दी राइटिंग्स पढ़ते हैं, किते असी मार्क टल्ली नूं पढ़ते हैं, किते असी कुलदीप नैयर नूं पढ़ते हैं। आई एम टॉकिंग फ्रॉम एवरी आसपैक्ट, चीज़ां साडे सामने आउंदियां। पर मैं कुछ लिटरेचर का विद्यार्थी रहा, कुछ उस तरीके दे नाल चीज़ां रहीआं ने। मैं कुछ डॉक्यूमेंटरीज देखियां अपनी तालीम के समय दे विच, ते तुसीं देखोगे कि अजे भी बिहार है, यूपी है, होर वड्डा इलाका जिहदे चों वड्डी वो पार्लीमेंट पॉलिटिक्स वास्ते बंदे निकल के आउंदे, जिहड़े उस मुल्क दे अपने आप नूं चलाण वाले रिप्रजेंटेटिव बन के बैठते। असल सच ये है, कौन उत्थे सफ़र नहीं कर रहा। अज भी तुसीं इन्हां मुल्कां दे विच उत्थे बच्चियां नूं तालीम गुजरे आउंदियां नूं देखो। इत्थे मतलब 10-10, 15-15 लाख रुपया फीसां दे के इन्नी मेहनत करके पढ़ाई करके, जिहड़े इत्थे पढ़न लई नहीं आए उत्थे पढ़ाई की, मेहनत की, सब कुछ करन तो बाद पहला निशाना इत्थे पहुंचना। क्यों? क्योंकि इत्थे रोज़गार है, कारोबार है, हर चीज़ इत्थे मौजूद है। उत्थे क्यों नहीं बनी पाई? क्योंकि उन्होंने लोगों ने रोल नहीं प्रॉपर प्ले किया। करप्शन रहा, भाई भतीजावाद रहा, हर अलामत रही, तो सारे दे विच गुरबत गरीबी ये लोगों का नसीब बन गया। मैं छोटी जी एग्जाम्पल देन लगा सीगा, उद्यम अगे लक्ष्मी। लक्ष्मी की पूजा करने की लोड़ नहीं है। डॉक्यूमेंटरी देखता मैं तो उहदे च हुंदा यह है कि 70s के नेड़े की डॉक्यूमेंटरी है, तो उहदे अंदर एक बिहार तो जिन्हों असी माइग्रेट लेबरर कह सकते हैं, प्रवासी मजदूर, एक स्टेट तो दूजी स्टेट दे विच मजदूरी करनी जाता। बिहार तो पंजाब आउंदा ते पंजाब आके वो अपनी मजदूरी करता है। मजदूरी करता तो मजदूरी का उन्होंने चंगा इवज मिलता, वापस जाता अपने जिहड़ा है देश कह लो, अपने गिरां कह लो। जो जाके उस स्टेशन तो उतरदा तो उहदे कोल लोहे का ट्रंक फड़िया उन्हें, जिस जात, जिस बरादरी, जिस उस वंड के मुताबिक, जिस खित्तेदारी चो वो आउंदा हैगा, उहदे मुताबिक उन्होंने मुयसर ही नहीं, उन्होंने उत्थे रखण का भी हक नहीं बनता। फिर उच्चे विखाया जाता है कि वो जिहड़ी उन्हें लक अपने लंगोटी बन्नी होंदी है, वो लंगोटी उतार के वो ट्रंक उहदे च बन लैंदा है, ताकि किसी को पता ना लगे लोहे का ट्रंक है। देखो नाल उन्हें कच्छ दे विच रेडियो जिहड़ा हैगा वो रखिया हुंदा है, उहदे च बैटरीज पा के ते उहदे उत्ते कुछ स्टेशन चल रहा है जिहदे च कुछ म्यूजिक वज रहा है। उन्नी देर तक इलाके के ठाकरां नूं पता लगता है कि कोई शख्स इत्थों मजदूरी करने गया सी, वापस परत्या, बड़ा समान लैके उहदे बंदे आ जाते हैं। बंदे आके उन्होंने घेर लेंदे ने, हाँ भी कित्थों आया? वो कहता जी पंजाब तो आया है, सब मजदूरी करके। आ की है? ट्रंक खुलाते हैं, ट्रंक लोहे का ट्रंक है, समान है। वो कहता कमाल हो गई, इन्ना समान, एडा वधिया ट्रंक, सारा कुछ। खैर वो खीर बाकी तो बातें कहते बाकी सब कुछ, आ मजदूरी इन्नी मिली, इन्ने पैसे, सब तरीके। आखिर उन्होंने कहता कि अज जो तेरे को ट्रांजिस्टर है, जो रेडियो है, ये किन्ने दा आया? वो कहता जी ये मैनू नहीं पता, जो मैं आउण लगा सी तो सरदार जी ने मैनू तोहफे वजों दे दिता, इत्थे सरदार जी ने एवें दे दिता। उन्होंने बड़ा वट चढ़ता है, अच्छा ये साडे लोगों का इत्थों के लोगों का दिमाग खराब कर रहे हैं। सो एक पिछे भावना भी सी, जिहड़ा आम मखलूकात नूं, जिन्होंने दबिया कुचलिया इस रूप के निज़ाम समाज ने रखा सीगा, उन्होंने इंपावरमेंट दे रहे। हाँ भाई, उन्होंने दसिया जा रहा है उद्यम करो, एफर्ट पाओ, एफर्ट पाने तो बाद जिहड़ा सुख आ तुहानूं मुयसर होएगा, जे ना मिले तो उहदे वास्ते संघर्ष करो, हक हकूक लैण की बात करो। ये एक्चुअल लैवल ते कह लवो कि सिक्खी की सब तो वड्डी उन्हां वास्ते जिहड़ा सीगा ये औखा औखा काम लगदा है।
महाराज ने बाणी च बयान किया, मैं सभे सांझी वाल सताइन, सब वास्ते संदेश है। भाई माधवीयत मत पूजो ना, माधव ते भरोसा रखो, रब ते भरोसा रखो। तो मेरी विनती करन लगा, जिन्होंने मारिया लुटिया कोया सब चीज़ां हुई, अज फिर वो स्थापति विच ने, अज फिर वो स्टैबलिश होए ने। क्यों? मालक दा, अकाल पुरख वाहिगुरू दा भरोसा है। जिन्नी देर तक ਅਸੀਂ शब्द पढ़ते हैं, जां तू मेरे वल है तो क्या मुँह छंदा, फिर कादी मुँह छंदगी है भाई। इत्थे साहब ने बयान किया, महाराज कहते माधवे भज दिन नित रहनी, रात दिन उस माधव दी अकाल पुरख वाहिगुरू दी आस्था पूजा अर्चना कर अपने हिरदे दे विच, ओनू भुलाई ना कदी भी। जन्म पदार्थ जीत हर शरणी, जन्म पदार्थ हाँ भाई, आ जीवन अजाई ना जाए। देखो धरती ते सदा कोई नहीं रहा, ना अज ना कल, ना बीते कल ते ना आउंदे कल। जो आया बाणी का बचन है, जो उपजो सो बिनस है परो आज के काल। हाँ जदों धरती ते आके बंदे ने रहना आ, कुछ समा बतीत करना है, आखिरकार वो एक फुटप्रिंट्स छापदा आ, वो तवारीख का हिस्सा बनता आ। ये बड़ी बड़ी रियलिटी है। इस धरती तो हो गुजरे लोग, जिहड़ा धरती का इतिहास आ, कुछ लोग उस इतिहास विच स्वर्ण काल विच उस धरती के बहुत वधिया जगह के उत्ते इतिहास विच स्थान लै लैंदे ने, कुछ उस धरती के डस्टबिन गारबेज जिहड़ा बॉक्स आ उहदे विच अपनी जगह बना के जाते हैं। जदों जून 84 नूं याद किया जाएगा तो हमेशा उन्हां लोगों के नाम आउणगे जिन्हां लोगों ने गैर मनुखी वरतारा वरताया। तपदी हुई उस गर्मी दे विच ते गुरु अर्जन साहब के शहादत पुरब नूं जदों सिख बलीवर जिहदी एक्सरसाइज करदा आ, वो गर्मी च तपदे लोगों नूं ठंडा मिठा जल पिया रहा हुंदा आ, उहदे अपने सिख परिवार नूं किस तरीके दे नाल कोया मारिया कुटिया गया। तवारीख दे विचों ये चीज़ां जदों पढ़ियां जाणगियां, जिन्हां ने जिहड़ा रोल प्ले किया है उस रोल के मुताबिक लोग कहेंगे ये तवारीख दे गारबेज बिन डस्टबिन का हिस्सा ने लोग, जिन्हां लोगों ने गुरु के दरबार में इस रूप के जिहड़ा हैगा बेअदबी की उस चीज़ की। तो उन्हां लोगों का नाम भी आएगा जिन्हां लोगों ने उस दरबार वास्ते अपनियां जानां हलूलियां ते अपने आप को उस जगह ते मरकजी स्थान ते उस रूप च प्रजेंट किया जिहदे च बाणी कहंदी भी सूरा सो पहचानियां जो लरै दीन के हित। उन्हां नूं असीं कोटान कोट नमन करते हैं। रहिंदे शब्द की विवेचना आउंदे कल करांगे समा, क्योंकि थोड़ा मैं लेट शुरू किया सीगा, पर फिर भी समा काफ़ी हो गया है। इत्थे समाप्ति। अगला प्रोग्राम रागी वीर आप कीर्तन जरिए सरवण करवाणगे। समुची मानवता का भला होए। तो मैं फिर विनती करांगा, अज के हालात तुसीं अमेरिका देख रहे है, बीते कल भी आई वॉज टॉकिंग अबाउट जिन जो कुछ मिनियापोलिस दे विच हो रहा या आले दुआले हो रहा है, ये कोई चंगे साइन नहीं है किसी हैल्दी सोसाइटी वास्ते, सिविलाइज सोसाइटी वास्ते। सानू सारिਆਂ ਨੂੰ इस समाजां च रहिंदिਆਂ होइਆਂ मनुखी हकूक मनुखी कदरां कीमतां बाबत अपने आप को एजुकेट करना पेगा, आले दुआले नूं ते जिथे जिथे जिन्ना जिन्ना जिहदा रोल बनदा उन्होंने पहचानदियां होइਆਂ मनुख नूं मनुख के तौर पर जिउण दा समुचा हक हकूक हर वाजिब हर हालत विच मिलदा रहे, इनू सानू गारंटेड करना पेगा। इन्नियां बिनतियां नाल खिमा इत्थे ही कह देना जी। वाहिगुरू जी का खालसा वाहिगुरू जी की फतेह।